ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹੋ ਬਿਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਜੇ ਤੂੰ ਤੁਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ। ਇਹਾ ਪਾਈ ਮੂੰਹ ਦਾਤੜੀ, ਨਿਤ ਹਿਰਦੈ ਰੱਖਾਂ ਸੰਭਾਲ। ਸਤਨਾਮ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਜੋ ਮੈਂ ਕੀਓ ਸਗਲ ਵਿਚਾਰਾ, ਜੋ ਮੈਂ ਕੀਓ ਸਗਲ ਸ਼ਿਗਾਰਾ। ਤੋ ਪੀ ਮੇਰਾ ਮਨ ਨਾ ਪਤਿਆਰਾ। ਜੋ ਮੈਂ ਕੀਓ ਸਗਲ ਸ਼ਿਗਾਰਾ, ਤੋ ਪੀ ਮੇਰਾ ਮਨ ਨਾ ਪਤਿਆਰਾ। ਆਨਕ ਸੁਗੰਧਤ ਤਨ ਮੈਂ ਲਾਵੋ, ਉਹ ਸੁਖ ਤਿਲ ਸਮਾਨ ਨਹੀਂ ਪਾਵੋ। ਮਨ ਮੈਂ ਚਿਤਵੋ ਐਸੀ ਆਸਾਈ, ਫਿਰ ਦੇਖਤ ਜੀਵੋ ਮੇਰੀ ਮਾਈ। ਮਾਈ ਕਹਾਂ ਕਰੋ ਇਹ ਮਨ ਨਾ ਧੀਰੈ, ਫਿਰ ਪ੍ਰੀਤਮ ਬੈਰਾਗ ਹਿਰੈ। ਰਹਾਉ ਬਸਤਰ ਵਿਭੂਖਨ ਸੁਖ ਬਹੁਤ ਵਿਸੇਖੈ, ਓਇ ਪੀ ਜਾਨੋ ਕਿਤੈ ਨ ਲੇਖੈ। ਪਤ ਸੋਭਾ ਅਰ ਮਾਨ ਮਹੱਤ, ਆਗਿਆਕਾਰੀ ਸਗਲ ਜਗਤ। ਗ੍ਰਹਿ ਐਸਾ ਹੈ ਸੁੰਦਰ ਲਾਲ, ਪ੍ਰਭ ਭਾਵਾ ਤਾਂ ਸਦਾ ਨਿਹਾਲ। ਬਿੰਜਨ ਭੋਜਨ ਅਨਕ ਪ੍ਰਕਾਰ, ਰੰਗ ਤਮਾਸੇ ਬਹੁਤ ਵਿਸਥਾਰ। ਰਾਜ ਮਿਲਖ ਆਰ ਬਹੁਤ ਫਰਮਾਇਸ, ਮਨ ਹੀ ਧਰਾਪੈ ਤ੍ਰਿਸ਼ਨਾ ਨਾ ਜਾਇਸ। ਬਿਨ ਮਿਲਵੇ ਇਹੋ ਦਿਨ ਨਾ ਬਿਹਾਵੈ, ਮਿਲੈ ਪ੍ਰਭੂ ਤਾਂ ਸਭ ਸੁਖ ਪਾਵੈ। ਖੋਜਤ ਖੋਜਤ ਸੁਨੀ ਇਹ ਸੋਈ, ਸਾਧ ਸੰਗਤ ਬਿਨ ਤਰਿਓ ਨਾ ਕੋਇ। ਜਿਸ ਮਸਤਕ ਭਾਗ ਤਿਨ ਸਤਿਗੁਰ ਪਾਇਆ, ਪੂਰੀ ਆਸਾ ਮਨ ਤ੍ਰਿਪਤਾਇਆ। ਪ੍ਰਭ ਮਿਲਿਆ ਤਾਂ ਚੂਕੀ ਡੰਜਾ, ਨਾਨਕ ਲੱਦਾ ਮਨ ਤਨ ਮੰਜਾ। ਪ੍ਰਭ ਮਿਲਿਆ ਤਾਂ ਚੂਕੀ ਡੰਜਾ, ਨਾਨਕ ਲੱਦਾ ਮਨ ਤਨ ਮੰਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਬਰ ਤਖਤ ਦੇ ਮਾਲਕ, ਲੋਕ ਪਰਲੋਕ ਦੇ ਰਾਖੇ। ਜਾਹਰਾ ਜਹੂਰ ਹਾਜਰਾ ਹਜੂਰ, ਸਰਬ ਕਲਾ ਭਰਪੂਰ। ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ ਮਨ ਬਿਰਤੀਆਂ ਨੂੰ ਕਰਗ ਕਰਦੇ ਹੋਏ ਗੁਰੂ ਦੀ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਅਰਦਾਸਾਂ ਬੇਨਤੀਆਂ ਕਰਦੇ ਹੋਏ ਜੋਦੜੀਆਂ ਕਰਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ 373 ਅੰਗ ਤੇ ਆਸਾ ਰਾਗ ਦੇ ਅੰਦਰ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਇੱਕ ਜਗਿਆਸੂ ਮਹਾਤਮਾ ਅੱਗੇ ਆਪਣੀ ਅਵਸਥਾ ਬਾਰੇ ਦੱਸਦੇ ਹਨ। ਇੱਕ ਜਗਿਆਸੂ ਮਹਾਤਮਾ ਅੱਗੇ ਆਪਣੀ ਅਵਸਥਾ ਬਾਰੇ ਦੱਸਦੇ ਹਨ। ਉਸੇ ਪ੍ਰਕਰਨ ਨੂੰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਸ਼ਬਦ ਦੁਆਰਾ ਉਚਾਰਨ ਕਰਦੇ ਹਨ ਕਿ ਕਿਵੇਂ ਜਗਿਆਸੂ ਮਹਾਤਮਾ ਅੱਗੇ ਆਪਣੀ ਅਵਸਥਾ ਦੱਸਦੇ ਹਨ। ਗੁਰੂ ਅਰਜਨ ਦੇਵ ਮਹਾਰਾਜ ਜੀ ਉਸੇ ਪ੍ਰਕਰਨ ਨੂੰ ਸਮਝਾ ਰਹੇ ਹਨ, ਉਚਾਰਨ ਕਰਦੇ ਹਨ। ਕਹਿਣ ਲੱਗੇ ਜੋ ਮੈਂ ਕੀਓ ਸਗਲ ਸ਼ਿਗਾਰਾ, ਕਿ ਜਗਿਆਸੂ ਕਹਿਣ ਲੱਗਿਆ ਕਿ ਹੇ ਮਹਾਤਮਾ ਰੂਪੀ ਸਖੀ, ਜਦੋਂ ਮੈਂ ਸਾਰੇ ਜਪ ਤਪ ਸਾਧਨਾ ਰੂਪੀ ਸ਼ਿਗਾਰ ਕੀਤਾ, ਜਗਿਆਸੂ ਰੂਪੀ ਜੀਵ ਇਹ ਮਹਾਤਮਾ ਅੱਗੇ ਕਥਨ ਕਰਦੇ ਹਨ ਕਿ ਹੇ ਮਹਾਤਮਾ ਰੂਪੀ ਸਖੀਓ, ਜਦੋਂ ਮੈਂ ਸਗਲ ਸਾਰੇ ਜਪ ਤਪ ਸਾਧਨਾ ਰੂਪੀ ਸ਼ਿਗਾਰ ਕੀਤਾ, ਤੋ ਵੀ ਮੇਰਾ ਮਨ ਨਾ ਪਤਿਆਰਾ। ਤੋ ਤਾਂ ਵੀ ਜਗਿਆਸੂ ਕਹਿਣ ਲੱਗਿਆ ਮੇਰਾ ਮਨ ਹੈ ਜਿਹੜਾ ਚਿੱਤ, ਇਹ ਭਤੀਜਿਆ ਨਹੀਂ, ਇਹ ਮਨ ਮੰਨਿਆ ਨਹੀਂ ਕਿ ਇਹਨਾਂ ਸਾਧਨਾ ਨਾਲ ਸ਼ਿੰਗਾਰ ਕਰਨ ਨਾਲ ਪਰਮੇਸ਼ਰ ਮਿਲ ਪਏਗਾ। ਕਿ ਜਗਿਆਸੂ ਮਹਾਤਮਾ ਅੱਗੇ ਕਹਿਣ ਲੱਗਿਆ ਕਿ ਇਹ ਮਹਾਤਮਾ ਰੂਪੀ ਸਖੀ, ਜਦੋਂ ਮੈਂ ਸਗਲ ਸਾਰੇ ਜਪ ਤਪ ਸਾਧਨਾ ਰੂਪੀ ਸ਼ਿੰਗਾਰ ਕੀਤਾ, ਤੋ ਵੀ ਮੇਰਾ ਮਨ ਨਾ ਪਤਿਆਰਾ, ਤਾਂ ਵੀ ਮੇਰਾ ਮਨ ਚਿੱਤ ਪਤਿਆਰਾ ਭਤੀਜਿਆ ਨਹੀਂ। ਕਿਉਂਕਿ ਆਨਕ ਸੁਗੰਧਤ ਤਨ ਮੈਂ ਲਾਵੋ। ਜਗਿਆਸੂ ਕਹਿਣ ਲੱਗਿਆ ਭਾਵੇਂ ਚੰਦਨ ਆਦਿਕ ਦੀਆਂ ਅਨੇਕਾਂ ਪ੍ਰਕਾਰ ਦੀਆਂ ਸੁਗੰਧਤ ਸੁਗੰਧੀਆਂ ਤਾਨ ਮੈਂ ਲਾਵੋ, ਤਾਨ ਸਰੀਰ ਵਿੱਚ ਲਾਉਣਾ ਕੀਤੀਆਂ ਹਨ, ਪਰੰਤੂ ਇਹਨਾਂ ਸੁਗੰਧੀਆਂ ਆਦਿ ਨਾਲ ਉਹ ਸੁਖ ਤਿਲ ਸਮਾਨ ਨਹੀਂ ਪਾਵੋ। ਇਸ ਸਰੀਰ ਦੇ ਉੱਤੇ ਸੁਗੰਧੀਆਂ ਲਾਉਣ ਨਾਲ ਉਹ ਆਨੰਦ, ਉਹ ਸੁਖ ਇੱਕ ਤਿਲ ਬਰਾਬਰ ਵੀ ਪਾਉਣਾ ਨਹੀਂ ਕੀਤਾ। ਜਿਹੜਾ ਇਹ ਸਰੀਰ ਹੈ, ਜਗਿਆਸੂ ਕਹਿਣ ਲੱਗਿਆ ਮਹਾਤਮਾ ਜਨਾਂ ਨੂੰ ਕਿ ਭਾਵੇਂ ਚੰਦਨ ਆਦਿਕ ਦੀਆਂ ਅਨੇਕਾਂ ਪ੍ਰਕਾਰ ਦੀਆਂ ਸੁਗੰਧੀਆਂ ਸਰੀਰ ਵਿੱਚ ਲਾਉਣਾ ਕੀਤੀਆਂ ਹਨ, ਪਰ ਇਹਨਾਂ ਸੁਗੰਧੀਆਂ ਆਦਿਕ ਨਾਲ ਉਹ ਆਤਮ ਸੁਖ, ਅੰਦਰ ਦਾ ਸੁਖ ਨਹੀਂ ਮਿਲਿਆ। ਇੱਕ ਤਿਲ ਮਾਤਰ ਵੀ ਮਿਲਿਆ ਨਹੀਂ ਜਿਹੜਾ ਅੰਦਰ ਸੁਖ ਮਿਲਣਾ ਸੀ ਬਾਹਰ ਸੁਗੰਧੀਆਂ ਲਾਉਣ ਨਾਲ। ਮਨ ਮੈਂ ਚਿਤਵੋ ਐਸੀ ਅਸਾਈ ਹੈ ਜਗਿਆਸੂ ਰੂਪੀ ਇਸਤਰੀ। ਮਹਾਤਮਾ ਕਹਿਣ ਲੱਗੇ ਕਿ ਜਗਿਆਸੂ ਨੂੰ ਕਹਿਣ ਲੱਗੇ ਮਨ ਮੈਂ ਚਿਤਵੋ ਐਸੀ ਅਸਾਈ, ਕਿ ਇਹ ਜਗਿਆਸੂ ਰੂਪੀ ਇਸਤਰੀ ਆਪਣੇ ਹਿਰਦੇ ਵਿੱਚ ਅਜਿਹੀ ਅਸਾਈ ਆਸਾ ਚਿਤਵਨਾ ਕਰਦੀ ਹਾਂ ਕਿ ਫਿਰ ਦੇਖਤ
ਜੀਓ ਮੇਰੀ ਮਾਈ। ਕਿ ਹੇ ਮੇਰੀ ਮਾਈ, ਸਾਡੀ ਮਾਤਾ ਦੀ ਨਿਆਈ ਮਹਾਤਮਾ ਰੂਪੀ ਸਖੀ ਸੰਤ ਜਨੋ, ਪਤੀ ਪਰਮਾਤਮਾ ਨੂੰ ਦੇਖ ਕੇ ਹੀ ਜਿਉਂਦੀ ਰਹਿ ਸਕਦੀ ਹਾਂ। ਮੇਰੀ ਇਹ ਆਸਾ ਹੈ ਕਿ ਮੈਂ ਸੁਗੰਧਿਤ ਜੋ ਸੁਗੰਧੀਆਂ ਸਰੀਰ 'ਤੇ ਲਾਉਣਾ ਕੀਤੀਆਂ ਹਨ ਤੇ ਸਾਰੇ ਸਾਧਨ ਕੀਤੇ ਹਨ ਜਪ ਤਪ ਰੂਪੀ, ਤੇ ਮੇਰਾ ਚਿੱਤ ਫੇਰ ਵੀ ਭਤੀਜਿਆ ਨਹੀਂ, ਤੇ ਸੁਗੰਧੀਆਂ ਦੇ ਲਾਉਣ ਦੇ ਨਾਲ ਅੰਦਰ ਦੀ ਖੁਸ਼ੀ ਪ੍ਰਾਪਤ ਨਹੀਂ ਹੋਈ। ਉਹ ਸੁੱਖ ਤਿਲ ਸਮਾਨ ਨਹੀਂ ਪਾਵੋ ਕਿ ਜਿਹੜਾ ਸੁਗੰਧੀਆਂ ਆਦਿਕ ਲਾਉਣ ਨਾਲ ਆਤਮਿਕ ਸੁੱਖ ਆਨੰਦ ਨੂੰ, ਅੰਦਰ ਦੀ ਖੁਸ਼ੀ ਨੂੰ ਇੱਕ ਤਿਲ ਬਰਾਬਰ ਵੀ ਪਾਉਣਾ ਨਹੀਂ ਕੀਤਾ। ਮਨ ਮੈਂ ਚਿਤਵੋ ਐਸੀ ਅਸਾਈ ਹੈ ਜਗਿਆਸੂ ਰੂਪੀ ਇਸਤਰੀ, ਕਿ ਆਪਣੇ ਹਿਰਦੇ ਵਿੱਚ ਅਜਿਹੀ ਆਸਾ ਚਿਤਰਵਾ ਕਰਦੀ ਹਾਂ। ਫਿਰ ਦੇਖਤ ਜੀਓ ਮੇਰੀ ਮਾਈ, ਕਿ ਹੇ ਮੇਰੀ ਮਾਈ ਮਾਤਾ ਦੀ ਨਿਆਈ ਮਹਾਤਮਾ ਰੂਪੀ ਸਖੀ ਸੰਤ ਜਨੋ, ਫਿਰ ਦੇਖਤ, ਫਿਰ ਪਤੀ ਪਰਮਾਤਮਾ ਨੂੰ ਦੇਖ ਕੇ ਹੀ ਜੀਵੋ ਮੇਰੀ ਮਾਈ, ਜੀਵੋ ਜਿਉਂਦੀ ਰਹਿ ਸਕਦੀ ਹਾਂ। ਪਰ ਮਾਈ ਕਹਾਂ ਕਰੋ ਇਹ ਮਨ ਨਾ ਧੀਰੈ। ਜਗਿਆਸੂ ਰੂਪੀ ਇਸਤਰੀ ਕਹਿਣ ਲੱਗੀ, ਹੇ ਮਾਤਾ ਦੀ ਨਿਆਈ ਮਹਾਤਮਾ ਰੂਪੀ ਸਖੀ, ਮੈਂ ਕੀ ਕਰਾਂ? ਮੇਰਾ ਇਹ ਮਨ, ਮੇਰਾ ਇਹ ਚਿੱਤ ਪ੍ਰਭੂ ਦੇ ਦਰਸ਼ਨਾਂ ਤੋਂ ਬਿਨਾਂ ਧੀਰਜ ਨਹੀਂ ਕਰਦਾ। ਮਾਈ ਕਹਾਂ ਕਰੋ ਇਹੋ ਮਨ ਨਾ ਧੀਰੈ, ਕਿ ਹੇ ਮਾਤਾ ਦੀ ਨਿਆਈ ਮਹਾਤਮਾ ਰੂਪ ਸਖੀ, ਮੈਂ ਕੀ ਕਰਾਂ? ਮੇਰਾ ਇਹ ਮਨ ਚਿੱਤ ਪ੍ਰਭੂ ਦੇ ਦਰਸ਼ਨਾਂ ਤੋਂ ਬਿਨਾਂ ਧੀਰਜ ਨਹੀਂ ਕਰਦਾ। ਮੈਨੂੰ ਫਿਰ ਪ੍ਰੀਤਮ ਬੈਰਾਗ ਹਿਰੈ, ਮੈਨੂੰ ਪ੍ਰੀਤਮ ਪਿਆਰੇ ਪਤੀ ਪਰਮਾਤਮਾ ਦਾ ਬੈਰਾਗ ਮੇਰੇ ਚਿੱਤ ਨੂੰ ਹਿਰੈ ਚੁਰਾਈ ਜਾਂਦਾ ਹੈ, ਭਾਵ ਆਪਣੇ ਵੱਲ ਖਿੱਚੀ ਜਾਂਦਾ ਹੈ। ਪਰ ਮੈਂ ਪਰਮੇਸ਼ਰ ਦੇ ਦਰਸ਼ਨਾਂ ਤੋਂ ਬਿਨਾਂ ਧੀਰਜ ਨਹੀਂ ਕਰਦੀ। ਬਸਤਰ ਵਿਭੂਖਨ ਸੁਖ ਬਹੁਤ ਬਸੇਖੈ। ਜਗਿਆਸੂ ਰੂਪੀ ਇਸਤਰੀ ਮਹਾਤਮਾ ਰੂਪੀ ਸਖੀ ਨੂੰ ਕਹਿਣ ਲੱਗੀ, ਭਾਵੇਂ ਕੱਪੜੇ ਵਿਭੂਖਣ ਗਹਿਣਿਆਂ ਆਦਿਕ ਦੇ ਵਿਸ਼ੇਸ਼ ਕਰਕੇ ਬਹੁਤ ਸੁੱਖ ਹਨ। ਬਸਤਰ ਵਿਭੂਖਣ ਸੁਖ ਬਹੁਤ ਬਸੇਖੈ, ਕਿ ਜਗਿਆਸੂ ਰੂਪੀ ਇਸਤਰੀ ਮਹਾਤਮਾ ਰੂਪੀ ਸਖੀ ਨੂੰ ਕਹਿਣ ਲੱਗੀ ਕਿ ਹੇ ਮਹਾਤਮਾ ਰੂਪੀ ਸਖੀ, ਭਾਵੇਂ ਬਸਤਰ ਕੱਪੜੇ ਵਿਭੂਖਣ ਗਹਿਣਿਆਂ ਆਦਿਕ ਦੇ ਵਿਸ਼ੇਸ਼ ਕਰਕੇ ਬਹੁਤ ਸੁੱਖ ਹਨ, ਕਿ ਕੱਪੜਿਆਂ ਨਾਲ ਨਗੇਜ ਢਕਿਆ ਜਾਂਦਾ ਹੈ ਤੇ ਠੰਡ ਗਰਮੀ ਤੋਂ ਬਚਤ ਹੁੰਦੀ ਹੈ। ਜਿਹੜੇ ਗਹਿਣੇ ਹਨ ਇਹ ਲੋੜ ਪੈਣ 'ਤੇ ਕੰਮ ਆਉਣ ਵਾਸਤੇ ਪਾਏ ਜਾਂਦੇ ਹਨ। ਹਾਰ ਸ਼ਿੰਗਾਰ ਨਾਲ ਪਰਮਾਤਮਾ ਨਹੀਂ ਮਿਲਦਾ। ਕਿਸੇ ਅੜਿੱਕੇ 'ਤੇ ਇਹ ਗਹਿਣੇ ਹਨ ਜਿਹੜੇ ਸੋਨਾ ਹੈ, ਕੰਮ ਆਉਣ ਵਾਲਾ ਹੈ, ਪਰ ਇਹਨਾਂ ਨਾਲ ਸੁੱਖ ਨਹੀਂ ਮਿਲਦਾ। ਓਏ ਵੀ ਜਾਨੋ ਕਿਤੇ ਨਾ ਲੇਖੈ, ਪਰ ਮੈਂ ਜਾਣਦੀ ਹਾਂ ਕਿ ਉਹ ਵੀ ਸਾਰੇ ਸੁੱਖ ਵਾਹਿਗੁਰੂ ਦੀ ਪ੍ਰਾਪਤੀ ਤੋਂ ਬਿਨਾਂ, ਬਸਤਰ ਕੱਪੜਿਆਂ ਦੇ ਗਹਿਣਿਆਂ ਦੇ ਜਿਹੜੇ ਇਹ ਸੁੱਖ ਹਨ ਵਾਹਿਗੁਰੂ ਦੀ ਪ੍ਰਾਪਤੀ ਤੋਂ ਬਿਨਾਂ ਕਿਸੇ ਵੀ ਲੇਖੈ ਹਿਸਾਬ ਕਿਤਾਬ ਵਿੱਚ ਨਹੀਂ ਹਨ। ਇੱਥੇ ਜ਼ਰੂਰ ਤਨ ਢੱਕਣ ਦੇ ਸਰੀਰ ਦੀ ਰੱਖਿਆ ਕਰਨ ਵਾਸਤੇ ਤਾਂ ਸੁੱਖ ਦਿੰਦੇ ਹਨ, ਪਰ ਪਰਲੋਕ ਦੇ ਵਿੱਚ ਜਦੋਂ ਲੇਖਾ ਹੁੰਦਾ ਹੈ, ਹਿਸਾਬ ਕਿਤਾਬ ਹੁੰਦਾ ਹੈ, ਉਸ ਦੇ ਵਿੱਚ ਇਹ ਕੰਮ ਨਹੀਂ ਆਉਂਦੇ। ਕਿ ਓਏ ਵੀ ਜਾਨੋ ਕਿਤੇ ਨਾ ਲੇਖੈ, ਕਿ ਓਏ ਉਹ ਵੀ ਸਾਰੇ ਸੁੱਖ ਵਾਹਿਗੁਰੂ ਦੀ ਪ੍ਰਾਪਤੀ ਤੋਂ ਬਿਨਾਂ ਕੱਪੜੇ ਗਹਿਣਿਆਂ ਦੇ ਕਿਸੇ ਹਿਸਾਬ ਕਿਤਾਬ ਵਿੱਚ ਨਹੀਂ ਹਨ। ਪਤ ਸੋਭਾ ਅਰ ਮਾਨ ਮਹੱਤ, ਜੋ ਇਸ ਦੁਨੀਆ ਵਿੱਚ ਪਤ ਇੱਜ਼ਤ ਹੋਣੀ ਹੈ, ਪਰਲੋਕ ਵਿੱਚ ਸੋਭਾ ਵਡਿਆਈ ਹੋਣੀ ਹੈ। ਅਰ ਮਾਨ ਮਹੱਤ, ਅਰ ਅਤੇ ਜੋ ਮਾਨ ਸਤਿਕਾਰ ਹੋਣਾ ਹੈ, ਤੇ ਮਹੱਤ ਵੱਡਾ ਮਰਾਤਬਾ ਹੋਣਾ ਹੈ, ਵੱਡਾ ਅਹੁਦਾ ਮਿਲਣਾ ਹੈ। ਆਗਿਆਕਾਰੀ ਸਗਲ ਜਗਤ,
ਕਿ ਸਗਲ ਸਾਰਾ ਜਗਤ ਸੰਸਾਰ ਆਗਿਆਕਾਰੀ ਹੁਕਮ ਮੰਨਣ ਵਾਲਾ ਹੋ ਜਾਵੇ, ਏਡਾ ਮਰਤਬਾ ਮਿਲ ਜਾਵੇ। ਇਹ ਕਿਸੇ ਲੇਖੇ ਵਿੱਚ ਨਹੀਂ ਹੈ। ਇੱਥੇ ਹੀ ਲੋਕ ਵਡਿਆਈਆਂ ਕਰਦੇ ਹਨ। ਉੱਥੇ ਜਦੋਂ ਲੇਖਾ ਹਿਸਾਬ ਕਿਤਾਬ ਹੁੰਦਾ ਹੈ, ਉੱਥੇ ਫਿਰ ਇਹ ਲੇਖੇ ਵਿੱਚ ਨਹੀਂ ਪੈਂਦਾ। ਪਤ ਸੋਭਾ ਅਰਮਾਨ ਮਹੱਤ ਆਗਿਆਕਾਰੀ ਸਗਲ ਜਗਤ। ਜੋ ਇਸ ਦੁਨੀਆ ਵਿੱਚ ਪਤ ਇੱਜ਼ਤ ਹੋਣੀ ਹੈ, ਪਰਲੋਕ ਵਿੱਚ ਵਡਿਆਈ ਹੋਣੀ ਹੈ, ਅਤੇ ਜੋ ਮਾਨ ਸਤਿਕਾਰ ਹੋਣਾ ਹੈ, ਮਹੱਤ ਵੱਡਾ ਮਰਾਤਬਾ ਹੋਣਾ ਹੈ। ਆਗਿਆਕਾਰੀ ਸਗਲ ਜਗਤ ਕਿ ਸਗਲ ਸਾਰਾ ਜਗਤ ਸਾਰਾ ਸੰਸਾਰ ਆਗਿਆਕਾਰੀ ਭਾਵ ਹੁਕਮ ਮੰਨਣ ਵਾਲਾ ਹੋ ਜਾਵੇ। ਇਹ ਵੀ ਕਿਸੇ ਲੇਖੇ ਵਿੱਚ ਨਹੀਂ ਹੈ। ਗ੍ਰਹਿ ਐਸਾ ਹੈ ਸੁੰਦਰ ਲਾਲ, ਪਰ ਮੇਰਾ ਇਹ ਗ੍ਰਹਿ ਪਤੀ ਪਰਮੇਸ਼ਰ ਅਜਿਹਾ ਹੈ, ਭਾਵ ਸਤ ਚਿੱਤ ਆਨੰਦ ਰੂਪੀ ਸੋਹਣਾ ਅਤੇ ਲਾਲ ਪਿਆਰਾ ਹੈ। ਗ੍ਰਹਿ ਐਸਾ ਹੈ ਸੁੰਦਰ ਲਾਲ, ਪ੍ਰਭ ਭਾਵਾਂ ਤਾਂ ਸਦਾ ਨਿਹਾਲ। ਜਗਿਆਸੂ ਰੂਪ ਇਸਤਰੀ ਕਹਿਣ ਲੱਗੀ, ਪਰ ਮੇਰਾ ਜਿਹੜਾ ਪਤੀ ਪਰਮੇਸ਼ਰ ਅਜਿਹਾ ਹੈ, ਭਾਵ ਸਤ ਚਿੱਤ ਆਨੰਦ ਰੂਪੀ ਸੁੰਦਰ ਸੋਹਣਾ ਅਤੇ ਲਾਲ ਪਿਆਰਾ ਹੈ। ਪ੍ਰਭ ਭਾਵਾਂ ਤਾਂ ਸਦਾ ਨਿਹਾਲ, ਜੇਕਰ ਉਸ ਪ੍ਰਭ ਪਤੀ ਪ੍ਰਭੂ ਪਰਮੇਸ਼ਰ ਨੂੰ ਭਾ ਜਾਵਾਂ ਚੰਗਾ ਲੱਗਾ, ਤਾਦ ਹਮੇਸ਼ਾ ਹੀ ਨਿਹਾਲ ਪ੍ਰਸੰਨ ਹੋ ਜਾਵਾਂ। ਵਿਅੰਜਨ ਭੋਜਨ ਅਨਕ ਪ੍ਰਕਾਰ, ਜਿਹੜੇ ਅਨੇਕਾਂ ਪ੍ਰਕਾਰ ਅਨੇਕਾਂ ਤਰ੍ਹਾਂ ਦੇ ਵਿਅੰਜਨ ਸੁਆਦਲੇ ਸਲੂਣੇ ਭੋਜਨ ਹਨ। ਵਿਅੰਜਨ ਭੋਜਨ ਅਨਕ ਪ੍ਰਕਾਰ, ਰੰਗ ਤਮਾਸੇ ਬਹੁਤ ਵਿਸਥਾਰ। ਜਿਹੜੇ ਅਨੇਕਾਂ ਪ੍ਰਕਾਰ ਦੇ ਅਨੇਕਾਂ ਤਰ੍ਹਾਂ ਦੇ ਵਿਅੰਜਨ ਸੁਆਦਲੇ ਸਾਗ ਆਦਿ ਸਲੂਣੇ ਭੋਜਨ ਆਹਾਰ ਹਨ। ਰੰਗ ਤਮਾਸੇ ਬਹੁਤ ਵਿਸਥਾਰ, ਅਨੇਕ ਪ੍ਰਕਾਰ ਦੇ ਵਿਸਥਾਰ ਫੈਲਾਅ ਪੂਰਵਕ ਜੋ ਰੰਗਾਂ ਦੇ ਤਮਾਸੇ ਵੇਖਣੇ ਹਨ। ਰਾਜ ਮਿਲਖ ਅਰ ਬਹੁਤ ਫਰਮਾਇਸ਼, ਦੁਨੀਆ ਦੇ ਰਾਜ ਭਾਗ ਦਾ ਮਿਲਖ ਮਾਲਕ ਬਣ ਜਾਵਾਂ। ਮਿਲਖ ਜੰਗੀਰਦਾਰ ਬਾਦਸ਼ਾਹ ਬਣ ਜਾਵਾਂ। ਅਰ ਬਹੁਤ ਫਰਮਾਇਸ਼, ਅਰ ਅਤੇ ਬਹੁਤ ਸਾਰੀਆਂ ਫਰਮੈਸ਼ਾਂ ਭਾਵ ਹੁਕਮ ਦੇ ਨਾਲ ਬਲੈਤਾਂ ਆਦਿਕ ਦੇ ਤੋਹਫੇ ਮੰਗਵਾ ਲੈਣੇ। ਪਰੰਤੂ ਇਹਨਾਂ ਸਾਰੇ ਪਦਾਰਥਾਂ ਦੇ ਹੋਣ ਕਰਕੇ ਵੀ ਮਨ ਨਹੀਂ ਧਰਾਪੈ ਤ੍ਰਿਸ਼ਨਾ ਨਾ ਜਾਏ। ਇਹਨਾਂ ਸਾਰੀਆਂ ਵਸਤੂਆਂ ਦੇ ਹੋਣ ਦੇ ਬਾਅਦ ਵੀ, ਇਹ ਸਾਰੇ ਪਦਾਰਥਾਂ ਦੇ ਹੋਣ ਕਰਕੇ ਵੀ ਮਨ ਨਹੀਂ ਧਰਾਪੈ, ਮਨ ਨਹੀਂ ਧਰਾਪੈ ਰਜਦਾ, ਅਤੇ ਇਹਨਾਂ ਦੀ ਤ੍ਰਿਸ਼ਨਾ ਦੀ ਪ੍ਰਾਪਤੀ ਦੀ ਇੱਛਾ ਨਹੀਂ ਜਾਂਦੀ। ਤ੍ਰਿਸ਼ਨਾ ਨਾ ਜਾਇਸ ਕਿ ਇਹਨਾਂ ਦੀ ਤ੍ਰਿਸ਼ਨਾ ਜਾਇਸ ਜਾਂਦੀ ਨਹੀਂ। ਇਸ ਕਰਕੇ ਸਾਰੇ ਇਹ ਨਿਸਫਲ ਹਨ, ਕਿਸੇ ਕੰਮ ਆਉਣ ਵਾਲੇ ਨਹੀਂ ਹਨ। ਬਿਨ ਮਿਲਵੇ ਇਹੋ ਦਾਨ ਨਾ ਬਿਹਾਵੈ, ਪ੍ਰਭੂ ਪਤੀ ਦੇ ਮਿਲਵੇ ਮਿਲਣ ਤੋਂ ਬਗੈਰ ਸਾਡਾ ਇਹ ਜ਼ਿੰਦਗੀ ਰੂਪੀ ਦਿਨ ਨਹੀਂ ਬਿਹਾਵੈ, ਨਹੀਂ ਗੁਜ਼ਰਦਾ। ਜੇਕਰ ਮਿਲੈ ਪ੍ਰਭੂ ਤਾਂ ਸਭ ਸੁਖ ਪਾਵੈ। ਜੇਕਰ ਪ੍ਰਭੂ ਮਾਲਕ ਪਤੀ ਪਰਮੇਸ਼ਰ ਮਿਲ ਜਾਵੇ ਤਾਂ ਸਭ ਸਾਰੇ ਹੀ ਸੁੱਖਾਂ ਨੂੰ ਪਾ ਲੈਂਦਾ ਹੈ। ਬਿਨ ਮਿਲਵੇ ਇਹੋ ਦਿਨ ਨਾ ਬਿਹਾਵੈ, ਪ੍ਰਭੂ ਪਤੀ ਦੇ ਮਿਲਵੇ ਮਿਲਣ ਤੋਂ ਬਗੈਰ ਸਾਡਾ ਇਹ ਜ਼ਿੰਦਗੀ ਰੂਪੀ ਦਿਨ ਬਿਹਾਵੈ ਬਤੀਤ ਹੁੰਦਾ ਜਾ ਰਿਹਾ ਹੈ, ਗੁਜ਼ਰਦਾ ਜਾ ਰਿਹਾ ਹੈ। ਮਿਲੈ ਪ੍ਰਭੂ ਤਾਂ ਸਭ ਸੁਖ ਪਾਵੈ, ਜੇਕਰ ਪ੍ਰਭੂ ਮਾਲਕ ਪਤੀ ਪਰਮੇਸ਼ਰ ਮਿਲ ਜਾਵੇ ਤਾਂ ਸਭ ਸਾਰੇ ਹੀ ਸੁੱਖਾਂ ਨੂੰ ਪਾ ਲੈਂਦਾ ਹੈ। ਮੁਕਤੀਆਂ ਰਿਧੀਆਂ ਸਿੱਧੀਆਂ ਆਦਿਕ ਦੇ ਸੁੱਖ ਪ੍ਰਾਪਤ ਹੋ ਜਾਂਦੇ ਹਨ। ਖੋਜਤ ਖੋਜਤ ਸੁਣੀ ਇਹ ਸੋਏ, ਕਿ ਜਗਿਆਸੂ ਰੂਪ ਇਸਤਰੀ ਕਹਿਣ ਲੱਗੀ, ਵੇਦਾਂ ਦੇ ਸਿਧਾਂਤ ਨੂੰ ਖੋਜਦਿਆਂ, ਸ਼ਾਸਤਰਾਂ ਦੇ ਸਿਧਾਂਤ ਨੂੰ ਖੋਜਦਿਆਂ ਮਗਰੋਂ ਇਹ
ਖਾਵਰ ਸੁਣੀ ਸਰਾਵਣ ਕੀਤੀ ਹੈ। ਖੋਜਤ ਖੋਜਤ ਸੁਣੀ ਇਹ ਸੋਏ, ਕਿ ਵੇਦਾਂ ਦੇ ਸਿਧਾਂਤ ਨੂੰ ਖੋਜਤ ਖੋਜਦਿਆਂ, ਸ਼ਾਸਤਰਾਂ ਦੇ ਸਿਧਾਂਤ ਨੂੰ ਖੋਜਤ ਖੋਜਦਿਆਂ, ਮਗਰੋਂ ਇਹ ਸੋਏ ਖਾਵਰ ਸੁਣੀ ਸਰਾਵਣ ਕੀਤੀ ਹੈ, ਕਿ ਸਾਧ ਸੰਗਤ ਬਿਨ ਤਰਿਓ ਨਾ ਕੋਏ। ਕਿ ਸਾਧ ਸੰਗਤ ਸ੍ਰੇਸ਼ਟ ਜਨਾਂ ਦੀ ਸੰਗਤ, ਗੁਰੂ ਦੀ ਸੰਗਤ ਤੋਂ ਬਗੈਰ ਕੋਈ ਵੀ ਤਰਿਆ ਨਹੀਂ ਹੈ। ਹੁਣ ਅੱਗੇ ਮਹਾਤਮਾ ਜੀ ਦੱਸਦੇ ਹਨ ਜਗਿਆਸੂ ਰੂਪ ਇਸਤਰੀ ਨੂੰ। ਕਹਿਣ ਲੱਗੇ, ਜਿਸ ਮਸਤਕ ਭਾਗ ਤਿਨ ਸਤਿਗੁਰ ਪਾਇਆ। ਮਹਾਤਮਾ ਜੀ ਜਗਿਆਸੂ ਨੂੰ ਕਹਿਣ ਲੱਗੇ, ਜਿਨ੍ਹਾਂ ਦੇ ਮਸਤਕ ਮੱਥੇ ਉੱਪਰ ਸ੍ਰੇਸ਼ਟ ਪੂਰਬਲੇ ਨਿਸਕਾਮ ਕਰਮ ਦਾ ਭਾਗ ਲੇਖ ਲਿਖਿਆ ਹੈ। ਤਿੰਨ ਸਤਿਗੁਰ ਪਾਇਆ, ਤਿੰਨਾਂ ਨੇ ਹੀ ਸਤ ਸੰਗਤ ਵਿੱਚੋਂ ਸੱਚੇ ਗੁਰੂ ਨੂੰ ਪਾਉਣਾ ਕੀਤਾ ਹੈ। ਜਿਸ ਮਸਤਕ ਭਾਗ ਤਿੰਨ ਸਤਿਗੁਰ ਪਾਇਆ, ਜਿਸ ਜਿਨ੍ਹਾਂ ਦੇ ਮਸਤਕ ਮੱਥੇ ਉੱਪਰ ਸ੍ਰੇਸ਼ਟ ਪੂਰਬਲੇ ਨਿਸਕਾਮ ਕਰਮ ਦਾ ਭਾਗ ਲੇਖ ਲਿਖਿਆ ਹੈ। ਤਿੰਨ ਸਤਿਗੁਰ ਪਾਇਆ, ਤਿੰਨ ਉਹਨਾਂ ਨੇ ਹੀ ਸਤ ਸੰਗਤ ਵਿੱਚੋਂ ਸਤਿਗੁਰ ਸੱਚੇ ਗੁਰੂ ਨੂੰ ਪਾਉਣਾ ਕੀਤਾ ਹੈ। ਫਿਰ ਉਹਨਾਂ ਦੀਆਂ ਸਾਰੀਆਂ ਪੂਰੀ ਆਸਾ ਮਨ ਤ੍ਰਿਪਤਾਇਆ। ਫਿਰ ਉਹਨਾਂ ਦੀਆਂ ਸਾਰੀਆਂ ਆਸਾ ਉਮੀਦਾਂ ਪੂਰੀਆਂ ਹੋ ਗਈਆਂ। ਜਿਨ੍ਹਾਂ ਨੇ ਸੱਚੇ ਗੁਰੂ ਨੂੰ ਸਤ ਸੰਗਤ ਦੇ ਵਿੱਚੋਂ ਪਾ ਲਿਆ, ਫਿਰ ਉਹਨਾਂ ਦੀਆਂ ਸਾਰੀਆਂ ਆਸਾ ਉਮੀਦਾਂ ਪੂਰੀਆਂ ਹੋ ਗਈਆਂ ਅਤੇ ਮਨ ਤ੍ਰਿਪਤਾਇਆ। ਅਤੇ ਮਨ ਚਿੱਤ ਵੀ ਬ੍ਰਹਮਾਨੰਦ ਕਰਕੇ ਤ੍ਰਿਪਤਾਇਆ, ਰੱਜ ਗਿਆ ਹੈ। ਪ੍ਰਭ ਮਿਲਿਆ ਤਾਂ ਚੂਕੀ ਡੰਜਾ। ਜਦੋਂ ਪ੍ਰਭ ਪਤੀ ਪਰਮੇਸ਼ਰ ਮਿਲ ਪਿਆ, ਤਾਦ ਉਹਨਾਂ ਦੀ ਪਦਾਰਥਾਂ ਦੀ ਤ੍ਰਿਸ਼ਨਾ ਰੂਪੀ ਡੰਜਾ ਦਾਹ ਪੀੜ ਚੁੱਕੀ ਗਈ, ਤਕਲੀਫ ਮੁੱਕ ਗਈ। ਪ੍ਰਭ ਮਿਲਿਆ ਤਾਂ ਚੂਕੀ ਡੰਜਾ। ਜਦੋਂ ਪ੍ਰਭੂ ਪਤੀ ਪਰਮੇਸ਼ਰ ਮਿਲ ਪਿਆ, ਜਿਨ੍ਹਾਂ ਨੂੰ ਉਹਨਾਂ ਦੀ ਪਦਾਰਥਾਂ ਦੀ ਤ੍ਰਿਸ਼ਨਾ ਰੂਪੀ ਦਾਹ ਪੀੜ ਚੁੱਕੀ ਗਈ, ਭਾਵ ਨਿਵਰਤ ਹੋ ਗਈ। ਨਾਨਕ ਲੱਦਾ ਮਨ ਤਨ ਮੰਜਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਉਹਨਾਂ ਦੇ ਮਨ ਹਿਰਦੇ ਵਿੱਚ ਅਤੇ ਤਨ ਸਰੀਰ ਵਿੱਚੋਂ ਹੀ ਪਰਮੇਸ਼ਰ ਨੂੰ ਲੱਭ ਲਿਆ ਹੈ। ਜਿਨ੍ਹਾਂ ਦੀ ਡੰਜਾ ਦਾ ਪੀੜਾ ਚੁੱਕੀ ਗਈ ਹੈ, ਨਿਵਰਤ ਹੋ ਗਈ ਹੈ, ਕਿ ਪਰਮੇਸ਼ਰ ਨੂੰ ਮਿਲਣ ਕਰਕੇ ਉਹਨਾਂ ਦੇ ਹਿਰਦੇ ਅਤੇ ਸਰੀਰ ਵਿੱਚੋਂ, ਮੰਝਾ ਵਿੱਚੋਂ ਹੀ ਪਰਮੇਸ਼ਰ ਨੂੰ ਲੱਭ ਲਿਆ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਸਮਝਾਉਣਾ ਕੀਤਾ ਹੈ ਕਿ ਜਿਨ੍ਹਾਂ ਦੇ ਮਸਤਕ ਮੱਥੇ ਉੱਪਰ ਪੂਰਬਲੇ ਨਿਸਕਾਮ ਕਰਮ ਦਾ ਭਾਗ ਲਿਖਿਆ ਹੁੰਦਾ ਹੈ, ਉਹਨਾਂ ਨੇ ਹੀ ਸਤ ਸੰਗਤ ਵਿੱਚੋਂ ਸੱਚੇ ਗੁਰੂ ਨੂੰ, ਪੂਰੇ ਗੁਰੂ ਨੂੰ ਪਾਉਣਾ ਕੀਤਾ ਹੈ। ਉਹਨਾਂ ਦੀਆਂ ਸਾਰੀਆਂ ਆਸਾਂ ਉਮੀਦਾਂ ਪੂਰੀਆਂ ਖੋ ਗਈਆਂ ਹਨ। ਚਿੱਤ ਵੀ ਬ੍ਰਹਮਾਨੰਦ ਕਰਕੇ ਰੱਜ ਗਿਆ ਹੈ। ਜਦੋਂ ਪਤੀ ਪਰਮੇਸ਼ਰ ਮਿਲ ਪਿਆ, ਤਦੋਂ ਉਹਨਾਂ ਦੀ ਪਦਾਰਥਾਂ ਦੀ ਤ੍ਰਿਸ਼ਨਾ ਰੂਪੀ ਦਾਹ ਪੀੜ ਚੁੱਕੀ ਗਈ, ਭਾਵ ਨਿਵਰਤ ਹੋ ਗਈ। ਨਾਨਕ ਲੱਦਾ ਮਨ ਤਨ ਮੰਜਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਨੇ ਮਨ ਅਤੇ ਹਿਰਦੇ ਸਰੀਰ ਵਿੱਚੋਂ ਹੀ ਪਰਮੇਸ਼ਰ ਨੂੰ ਲੱਦਾ ਲੱਭ ਲਿਆ ਹੈ। ਆਸਾ ਮਹੱਲਾ ਪੰਜਵਾ। ਪੰਚ ਪਦੇ। ਪ੍ਰਥਮੇ ਤੇਰੀ ਨੀਕੀ ਜਾਤ, ਦੁਤੀਆ ਤੇਰੀ ਮੰਨੀਐ ਪਾਤ, ਤ੍ਰਿਤੀਆ ਤੇਰਾ ਸੁੰਦਰ ਥਾਨ, ਬਿਗੜ ਰੂਪ ਮਨ ਮੈਂ ਅਭਿਮਾਨ। ਸੋਹਣੀ ਸਰੂਪ ਸਜਾਨ ਵਿਚਖਣ, ਅਤ ਗਰਭ ਮੋਹੇ ਫਾਕੀ ਤੂੰ ਰਹਾਉ, ਅਤ ਸੂਚੀ ਤੇਰੀ ਪਾਕਸਾਲ, ਕਰ ਇਸ਼ਨਾਨ ਪੂਜਾ ਤਿਲਕ ਲਾਲ।
ਗਲੀ ਗਰਭਹਿ ਮੁਖ ਗੋਵਹਿ ਗਿਆਨ, ਸਾਬਿਦ ਖੋਈ ਲੋਭ ਸੁਆਨ। ਕਾਪਰ ਪਹਿਰੇ ਭੋਗਹਿ ਭੋਗ, ਆਚਾਰ ਕਰਹਿ ਸੋਭਾ ਮੈਂ ਲੋਗ। ਚੋਆ ਚੰਦਨ ਸੁਗੰਧ ਬਿਸਥਾਰ, ਸੰਗੀ ਖੋਟਾ ਕ੍ਰੋਧ ਚੰਡਾਲ। ਆਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਸੋਨਾ ਰੂਪਾ ਤੁਝ ਪਹਿ ਦਾਮ, ਸੀਲ ਬਿਗਾਰਿਓ ਤੇਰਾ ਕਾਮ। ਜਾ ਕੋ ਦ੍ਰਿਸ਼ਟ ਮਇਆ ਹਰ ਰਾਏ, ਸਾ ਬੰਦੀ ਤੇ ਲਈ ਛਡਾਏ। ਸਾਧ ਸੰਗ ਮਿਲ ਹਰ ਰਸ ਪਾਇਆ, ਕਹੋ ਨਾਨਕ ਸਫਲ ਉਹ ਕਾਇਆ। ਸਭ ਰੂਪ ਸਭ ਸੁਖ ਬਨੇ ਸੁਹਾਗਨ, ਅਤ ਸੁੰਦਰ ਵਿਚਖਣ ਤੂੰ ਰਹਾਉ ਦੂਜਾ। ਗੁਰੂ ਅਰਜਨ ਦੇਵ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਬਾਣੀ ਦੁਆਰਾ ਸਮਝਾ ਰਹੇ ਹਨ ਕਿ ਇੱਕ ਬਹੁਤ ਹੀ ਵਿਦਵਾਨ ਪੰਡਤ ਸੀ, ਜੋ ਪਰਮੇਸ਼ਰ ਦੇ ਸਿਮਰਨ ਨੂੰ ਛੱਡ ਕੇ ਕਰਮ ਕਾਂਡ ਵਿੱਚ ਫਸ ਕੇ ਆਪਣੇ ਕਰਮ ਕਾਂਡ ਦਾ ਹੰਕਾਰ ਕਰਿਆ ਕਰਦਾ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਇੱਕ ਬਹੁਤ ਵਿਦਵਾਨ ਪੰਡਤ ਸੀ, ਜੋ ਪਰਮੇਸ਼ਰ ਦੇ ਸਿਮਰਨ ਨੂੰ ਛੱਡ ਕੇ ਕਰਮ ਕਾਂਡ ਵਿੱਚ ਫਸ ਕੇ ਆਪਣੇ ਕਰਮ ਕਾਂਡ ਦਾ ਹੰਕਾਰ ਕਰਿਆ ਕਰਦਾ ਸੀ। ਉਸ ਨੂੰ ਜੀਵ ਰੂਪ ਇਸਤਰੀ ਕਥਨ ਕਰਕੇ ਉਲਾਂਭੇ ਦੇ ਸਹਿਤ ਉਪਦੇਸ਼ ਬਖਸ਼ਦੇ ਹਨ। ਉਸ ਨੂੰ ਕਿ ਉਲਾਂਭੇ ਦੀ ਤਰ੍ਹਾਂ ਗੁਰਬਾਣੀ ਦੁਆਰਾ ਉਪਦੇਸ਼ ਬਖਸ਼ਦੇ ਹਨ। ਆਸਾ ਮਹੱਲਾ ਪੰਜਵਾ ਪੰਜ ਪਦੇ, ਪੰਜ ਪਦੇ ਪੰਜ ਪੰਜ ਪਦਿਆਂ ਦੇ ਸ਼ਬਦ ਆਉਣਗੇ। ਗੁੱਜਾ ਭੇਦ ਹੈ, ਇਸ ਪੰਜ ਪਦੇ ਦੇ ਥੱਲੇ ਇੱਕ 3 ਅੰਕ ਲਿਖਿਆ ਹੋਇਆ ਹੈ, ਤੀਆ ਲਿਖਿਆ ਹੋਇਆ ਹੈ। ਇਹ ਤੀਏ ਅੰਕ ਦਾ ਭਾਵ ਹੈ ਕਿ ਪੰਜਵੇਂ ਪਾਤਸ਼ਾਹ ਜੀ ਦੇ ਪੰਜ ਪੰਜ ਪਦਿਆਂ ਵਾਲੇ 3 ਸ਼ਬਦ ਆਉਣਗੇ। ਬੋਲਣ ਵਿੱਚ ਨਹੀਂ ਆਉਂਦਾ ਇਹ 3 ਅੰਕ ਪੰਜ ਪਦੇ, ਕਿ ਇਹ ਪੰਜ ਪਦੇ ਦੇ ਜਿਹੜਾ ਥੱਲੇ 3 ਅੰਕ ਹੈ, ਉਸ ਦਾ ਭਾਵ ਹੈ ਕਿ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪੰਜਾਂ ਪਦਿਆਂ ਵਾਲੇ 3 ਸ਼ਬਦ ਆਉਣਗੇ। ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਉਸ ਪੰਡਤ ਨੂੰ ਉਲਾਂਭੇ ਦਿੰਦੇ ਹੋਏ ਕਹਿੰਦੇ ਹਨ, ਪ੍ਰਥਮੇ ਤੇਰੀ ਨੀਕੀ ਜਾਤ। ਕਹਿਣ ਲੱਗੇ, ਹੇ ਜੀਵ ਰੂਪ ਇਸਤਰੀ, ਤੇਰੀ ਮਨੁੱਖਾ ਦੇ ਰੂਪੀ ਜਾਤੀ, ਤੇਰੀ ਬੁੱਧੀ ਚੰਗੀ ਹੈ, ਜਾਤੀ ਚੰਗੀ ਹੈ, ਜੋ ਸਤ ਅਸਤ ਦੇ ਪਛਾਣਨ ਵਾਲੀ ਹੈ। ਦੁਤੀਆ ਤੇਰੀ ਮੰਨੀਐ ਭਾਂਤ, ਦੁਤੀਆ ਦੂਸਰਾ ਤੇਰੀ ਭਾਂਤ ਪੰਗਤੀ ਕਤਾਰ। ਭਾਂਤ ਪੱਤ ਭਾਵ ਇੱਜ਼ਤ ਵੀ ਸ੍ਰੇਸ਼ਟ ਮੰਨੀ ਦੀ ਹੈ, ਕਿ ਤੇਰੀ ਭਾਂਤ ਪੰਗਤੀ ਕਤਾਰ, ਜੋ ਕਤਾਰ ਹੈ 84 ਲੱਖ ਜੂਨਾਂ ਦੀ ਕਤਾਰ ਵਿੱਚੋਂ ਮਨੁੱਖਾ ਦੇਹ ਦੀ ਕਤਾਰ ਬੜੀ ਉੱਤਮ ਮੰਨੀ ਗਈ ਹੈ। ਜਿੰਨੀਆਂ ਵੀ 84 ਲੱਖ ਦੀਆਂ ਕਤਾਰਾਂ ਹਨ, ਇਹਨਾਂ ਕਤਾਰਾਂ ਦੇ ਵਿੱਚੋਂ ਤੇਰੀ ਜਿਹੜੀ ਮਨੁੱਖਾ ਦੇਹੀ ਹੈ, ਇਸ ਦੀ ਕਤਾਰ ਬੜੀ ਉੱਤਮ ਮੰਨੀ ਗਈ ਹੈ। ਤ੍ਰਿਤੀਆ ਤੇਰਾ ਸੁੰਦਰ ਥਾਨ, ਤ੍ਰਿਤੀਆ ਤੀਜਾ ਤੇਰਾ ਰਹਿਣ ਵਾਲਾ ਥਾਨ ਅਸਥਾਨ, ਭਾਵ ਭਾਰਤ ਵਰਸ ਵੀ ਬਹੁਤ ਬਹੁਤ ਸੁੰਦਰ ਸੋਹਣਾ ਹੈ। ਭਾਰਤ ਰਿਸ਼ੀਆਂ ਮੁਨੀਆਂ ਦੀ ਧਰਤੀ ਹੈ, ਜਿਨ੍ਹਾਂ ਦੇ ਸਿਮਰਨ ਭਜਨ ਕਰਨ ਨਾਲ ਇਹ ਦੇਹੀ ਪਵਿੱਤਰ ਹੁੰਦੀ ਹੈ, ਤੇ ਇਹ ਬਾਕੀ ਹੋਰ ਮੁਲਕਾਂ ਦੀ ਧਰਤੀ ਭੋਗ ਰੂਪ ਮੰਨੀ ਹੈ। ਮਹਾਰਾਜ ਜੀ ਕਹਿਣ ਲੱਗੇ ਕਿ ਤ੍ਰਿਤੀਆ ਤੇਰਾ ਸੁੰਦਰ ਥਾਨ, ਬੇਗੜ ਰੂਪ ਮਨ ਮੈਂ ਅਭਿਮਾਨ, ਕਿ ਤੈਨੂੰ ਅੰਤਸ ਕਰਨ ਰੂਪੀ ਹਿਰਦਾ ਰੂਪੀ ਸੋਹਣਾ ਥਾਂ ਮਿਲਿਆ ਹੈ, ਪਰੰਤੂ
ਮਨ ਮੈਂ ਕਿ ਮਨ ਵਿੱਚ ਪਦਾਰਥਾਂ ਦਾ ਗੁਣਾ ਆਦਿਕ ਦੇ ਅਭਿਮਾਨ ਹੰਕਾਰ ਕਾਰਨ ਤੇਰਾ ਸਰੂਪ ਵਿਗੜ ਭਾਵ ਕੋਝਾ ਹੋ ਰਿਹਾ ਹੈ। ਕਰਮ ਕਾਂਡਾਂ ਦੇ ਹੰਕਾਰ ਕਰਕੇ ਵਿਗੜ ਰੂਪ ਕੋੜੀ ਸੂਰਤ ਹੋ ਰਹੀ ਹੈ ਤੇਰੀ, ਕਿ ਤੂੰ ਪਰਮੇਸ਼ਰ ਦੀ ਬੰਦਗੀ ਛੱਡ ਕੇ ਕਰਮ ਕਾਂਡਾਂ ਦੇ ਵਿੱਚ ਪਿਆ ਹੈ। ਤ੍ਰਿਤੀਆ ਤੇਰਾ ਸੁੰਦਰ ਥਾਨ, ਵਿਗੜ ਰੂਪ ਮਨ ਮੈਂ ਅਭਿਮਾਨ। ਤ੍ਰਿਤੀਆ ਤੀਜਾ ਤੇਰਾ ਰਹਿਣ ਵਾਲਾ ਅਸਥਾਨ ਭਾਵ ਭਾਰਤ ਵਰਸ ਵੀ ਬਹੁਤ ਸੋਹਣਾ ਹੈ। ਭਾਰਤ ਰਿਸ਼ੀਆਂ ਮੁਨੀਆਂ ਦੀ ਧਰਤੀ ਹੈ, ਜਿਨ੍ਹਾਂ ਦੇ ਸਿਮਰਨ ਭਜਨ ਕਰਨ ਨਾਲ ਇਹ ਪਵਿੱਤਰ ਹੋਈ ਹੈ, ਤੇ ਬਾਕੀ ਹੋਰ ਮੁਲਕਾਂ ਦੀ ਧਰਤੀ ਭੋਗ ਰੂਪ ਮੰਨੀ ਹੈ। ਤੈਨੂੰ ਅੰਤਸਕਰਨ ਰੂਪੀ ਹਿਰਦੇ ਰੂਪੀ ਸੋਹਣਾ ਥਾਂ ਮਿਲਿਆ ਹੈ, ਪਰੰਤੂ ਮਨ ਮੈਂ ਅਭਿਮਾਨ, ਪਰੰਤੂ ਮਨ ਦੇ ਵਿੱਚ ਪਦਾਰਥਾਂ ਦਾ ਗੁਣਾਂ ਦਾ ਤੇ ਹੰਕਾਰ ਕਾਰਨ ਤੇਰਾ ਰੂਪ ਵਿਗੜ ਚੁੱਕਿਆ ਹੈ, ਕੋਝਾ ਹੋ ਰਿਹਾ ਹੈ। ਕਰਮ ਕਾਂਡਾਂ ਦੇ ਹੰਕਾਰ ਕਰਕੇ ਵਿਗੜ ਰੂਪ ਕੋੜੀ ਸੂਰਤ ਹੋ ਰਹੀ ਹੈ ਤੇਰੀ। ਪ੍ਰਥਮੇ ਤੇਰੀ ਨੀਕੀ ਜਾਤ, ਦੁਤੀਆ ਤੇਰੀ ਮੰਨੀਐ ਭਾਂਤ। ਤ੍ਰਿਤੀਆ ਤੇਰਾ ਸੁੰਦਰ ਥਾਨ, ਵਿਗੜ ਰੂਪ ਮਨ ਮੈਂ ਅਭਿਮਾਨ। ਕਹਿਣ ਲੱਗੇ, ਹੇ ਜੀਵ, ਪਹਿਲਾਂ ਤੇਰੀ ਚੰਗੀ ਜਾਤੀ ਸੀ, ਭਾਵ ਤੂੰ ਬ੍ਰਹਮ ਸਰੂਪ ਸੀ। ਦੁਤੀਆ ਦੂਸਰਾ ਇੰਦਰੀਆਂ ਤੇਰੀ ਹਕੂਮਤ ਮੰਨਦੀਆਂ ਸਨ, ਜਿਸ ਕਰਕੇ ਤੇਰੀ ਸ੍ਰਿਸ਼ਟ ਇੱਜ਼ਤ ਸੀ। ਤ੍ਰਿਤੀਆ ਤੇਰਾ ਸੁੰਦਰ ਥਾਨ, ਹੇ ਜੀਵ ਤ੍ਰਿਤੀਆ। ਤੀਸਰਾ ਤੇਰਾ ਰਹਿਣ ਵਾਲਾ ਥਾਂ ਸਤੋ ਗੁਣੀ ਹਿਰਦਾ ਬਹੁਤ ਸੁੰਦਰ ਸੋਹਣਾ ਸੀ, ਪਰ ਵਿਗੜ ਰੂਪ ਮਨ ਮੈਂ ਅਭਿਮਾਨ। ਮਨ ਹਿਰਦੇ ਵਿੱਚ ਅਭਿਮਾਨ ਹੰਕਾਰ ਦੇ ਰੱਖਣ ਕਾਰਨ ਤੇਰਾ ਰੂਪ ਵੀ ਵਿਗੜ ਹੋ ਗਿਆ ਹੈ, ਭਾਵ ਤੂੰ ਜਨਮ ਮਰਨ ਤੋਂ ਰਹਿਤ ਹੋਣੇ ਪਰ ਵੀ ਕੀਟ ਪਤੰਗਾ ਆਦਿਕ 84 ਲੱਖ ਜੂਨਾਂ ਵਿੱਚ ਦੁੱਖ ਭੋਗਦਾ ਹੈ, ਕਿ 84 ਲੱਖ ਦੇ ਜੂਨ ਕੀੜਿਆਂ ਪਤੰਗਿਆਂ ਵਾਲੀ ਜੂਨ ਭੋਗ ਰਿਹਾ ਹੈ। ਤੈਨੂੰ ਮਨੁੱਖਾ ਦੇਹੀ ਮਿਲੀ ਹੈ, ਉਸ ਮਨੁੱਖਾ ਦੇਹੀ ਜੂਨ ਦੇ ਰਾਹੀਂ ਆਪਣਾ ਜੀਵਨ ਸਫਲਾ ਕਰ ਲੈ। ਸੋਹਣੀ ਸਰੂਪ ਸੁਜਾਨ ਵਿਚਖਣ, ਤੂੰ ਸੋਹਣੀ ਸੁੰਦਰ ਸਰੂਪ ਵਾਲੀ ਤੇਰੀ ਦੇਹੀ ਹੈ, ਦਿਲ ਦੀ ਸਫਾਈ ਰੂਪੀ ਸ੍ਰੇਸ਼ਟ ਰੂਪ ਵਾਲੀ ਹੈ। ਵੇਦਾਂ ਆਦਿਕ ਨੂੰ ਪੜ੍ਹਨ ਕਰਕੇ ਸੁਜਾਨ ਚਾਤਰ ਹੈ, ਅਤੇ ਵਿਚਖਣ ਬੇਜਮਾ ਚਖਣ ਬੇਵਿਸ਼ੇਸ਼ ਕਰਕੇ ਸੁਰਤੀ ਸਿਮਰਤੀਆਂ ਦੇ ਗਿਆਨ ਰੂਪ ਜਾਂ ਬੈਰਾਗ ਰਤਨ ਰੂਪ ਸੁੰਦਰ ਚਖਣ ਨੇਤਰਾਂ ਵਾਲੀ ਹੈ, ਪਰੰਤੂ ਗੁਣਾਂ ਦੇ ਹੰਕਾਰ ਕਰਕੇ ਅਤ ਗਰਭੈ ਮੋਹਿ ਫਾਕੀ। ਤੂੰ ਗੁਣਾਂ ਦੇ ਹੰਕਾਰ ਅਤੇ ਸਰੀਰਾਂ ਦੇ ਮੋਹ ਵਿੱਚ ਤੂੰ ਅਤਿਅੰਤ ਹੀ ਫਾਕੀ ਫਸੀ ਹੋਈ ਹੈ। ਅਤਿਅੰਤ ਹੰਕਾਰ ਅਤੇ ਮੋਹ ਨੇ ਤੈਨੂੰ ਫਾਕੀ ਫੱਕ ਲਿਆ ਹੈ, ਭਾਵ ਖਾ ਲਿਆ ਹੈ। ਰਹਾਉ ਵਿਸਰਾਮ ਦੇ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਅਤ ਸੂਚੀ ਤੇਰੀ ਪਾਕਸਾਲ। ਤੇਰੀ ਪਾਕਸਾਲ ਭੋਜਨ ਪਕਾਉਣ ਵਾਲੀ ਰਸੋਈ ਵੀ ਅਤਿਅੰਤ ਹੀ ਸੁੱਚੀ ਹੈ, ਭਾਵ ਆਪਣੇ ਹੱਥੀਂ ਪੋਚਾ ਆਦਿਕ ਲਗਾ ਕੇ ਪਵਿੱਤਰਤਾ ਨਾਲ ਭੋਜਨ ਆਦਿਕ ਬਣਾਉਂਦੀ ਹੈ। ਤੇਰੀ ਬੁੱਧੀ ਰੂਪੀ ਰਸੋਈ ਸੁੱਚੀ ਹੈ, ਜੋ ਵਿਵੇਕ ਵੈਰਾਗ ਆਦਿਕ ਸੋਭ ਗੁਣਾ ਰੂਪੀ ਭੋਜਨ ਪਕਾਉਣ ਵਾਲੀ ਹੈ। ਹੇ ਜੀਵ, ਕਰ ਇਸ਼ਨਾਨ ਪੂਜਾ ਤਿਲਕ ਲਾਲ। ਹੇ ਜੀਵ ਰੂਪ ਇਸਤਰੀ, ਤੂੰ ਨਿਤ ਹੀ ਜਾਂ ਤੀਰਥਾਂ ਆਦਿਕ ਤੇ ਇਸ਼ਨਾਨ ਵੀ ਕਰਦਾ ਹੈ, ਠਾਕੁਰਾਂ ਆਦਿਕ ਦੀ ਪੂਜਾ ਅਤੇ ਮੱਥੇ ਤੇ ਲਾਲ ਰੰਗ ਦਾ ਤਿਲਕ ਟਿੱਕਾ ਲਾਉਂਦਾ ਹੈ। ਠਾਕੁਰਾਂ ਨੂੰ ਪਿਆਰਾ ਜਾਣ ਕੇ ਉਹਨਾਂ ਦੇ ਤਿਲਕ ਉਹਨਾਂ ਠਾਕੁਰਾਂ ਦੇ ਤਿਲਕ ਲਾਉਂਦਾ ਹੈ, ਪੂਜਾ ਕਰਦਾ ਹੈ।
ਕਰ ਇਸ਼ਨਾਨ। ਇਸ਼ਨਾਨ ਕਰਕੇ ਸਰੀਰ ਤੇ 12 ਤਿਲਕ ਲਗਾ ਕੇ ਠਾਕਰਾਂ ਆਦਿਕ ਨੂੰ ਪੂਜਣਾ ਵੀ ਕਰਦਾ ਹੈ, ਪਰੰਤੂ ਤੇਰੇ ਅੰਦਰ ਤਾਂ ਪਦਾਰਥਾਂ ਦੀ ਲਾਲ ਲਾਲਸਾ ਹੈ। ਗਲੀ ਗਰਭ ਹੈ ਮੁਖ ਗੋਵ ਹੈ ਗਿਆਨ। ਹੈ ਜੀਵ ਰੂਪ ਇਸਤਰੀ, ਤੂੰ ਆਪਣੇ ਮੁਖ ਮੂੰਹੋਂ ਤਾਂ ਗਿਆਨ ਦੇ ਵਚਨ ਗੋਵ ਹੈ ਕਥਨ ਕਰਦੀ ਹੈ, ਪਰੰਤੂ ਗੱਲਾਂ ਹੰਕਾਰ ਦੀਆਂ ਕਰਦੀ ਹੈ। ਗਰਭ ਹੈ ਹੁੰਦਾ ਹੰਕਾਰ, ਕਿ ਗੱਲੀ ਗਰਭ ਹੈ ਕਿ ਤੂੰ ਗੱਲਾਂ ਹੰਕਾਰ ਦੀਆਂ ਕਰਦੀ ਹੈ। ਲੋਭ ਲਾਲਚ ਰੂਪੀ ਸਾਬ ਵਿਦ ਖੋਈ ਲੋਭ ਸੁਆਨ, ਕਿ ਲੋਭ ਲਾਲਚ ਰੂਪੀ ਸੁਆਨ ਕੂਕਰ ਕੁੱਤਾ, ਕੁੱਤੇ ਨੇ ਤੇਰੀ ਸਾਰੀ ਸ੍ਰੇਸ਼ਟਤਾਈ ਦੀ ਵਿਧੀ ਗਵਾ ਦਿੱਤੀ ਹੈ। ਜਿਹੜਾ ਤੇਰੇ ਅੰਦਰ ਲਾਲਚ ਰੂਪੀ ਸੁਆਨ ਬੈਠਾ ਹੈ, ਕੁੱਤਾ ਬੈਠਾ ਹੈ, ਉਸ ਨੇ ਤੇਰੀ ਸਾਰੀ ਸ੍ਰੇਸ਼ਟਤਾਈ, ਤੇਰੀ ਚੰਗਿਆਈ ਹੈ ਜਿਹੜੀ ਇਹ ਗਵਾ ਦਿੱਤੀ ਹੈ। ਕਾਪਰ ਪਹਿਰੇ ਭੋਗ ਹੈ ਭੋਗ, ਚੰਗੇ ਚੰਗੇ ਕੱਪੜੇ ਪਹਿਰੇ ਪਹਿਨਦੀ ਹੈ ਅਤੇ ਅਨੇਕ ਪ੍ਰਕਾਰ ਦੇ ਪਦਾਰਥਾਂ ਦੇ ਭੋਗਾਂ ਨੂੰ ਭੋਗਣਾ ਕਰਦੀ ਹੈ। ਹੈ ਜੀਵ ਰੂਪ ਇਸਤਰੀ, ਆਚਾਰ ਕਰਹਿ ਸੋਭਾ ਮੈਂ ਲੋਗ, ਕਿ ਠਾਕਰਾਂ ਨੂੰ ਕੱਪੜੇ ਪਹਿਨਾ ਕੇ ਉਹਨਾਂ ਨੂੰ ਭੋਗ ਲਗਾ ਕੇ ਫਿਰ ਆਪ ਛਕਣਾ ਕਰਦੀ ਹੈ। ਉੱਪਰੋਂ ਆਚਾਰ ਕਰਹਿ, ਉੱਪਰੋਂ ਆਚਾਰ ਸ੍ਰੇਸ਼ਟ ਆਚਰਣ ਵੀ ਕਰਦੀ ਹੈ ਅਤੇ ਸੋਭਾ ਮੈਂ ਲੋਗ, ਅਤੇ ਲੋਕਾਂ ਵਿੱਚ ਸੋਭਾ ਵਡਿਆਈ ਵੀ ਹੈ ਜੀਵ ਰੂਪ ਇਸਤਰੀ ਪਾਉਂਦੀ ਹੈ। ਚੋਆ ਚੰਦਨ ਸੁਗੰਧ ਵਿਸਥਾਰ, ਅਤੇ ਆਤਰ ਚੰਦਨ ਆਦਿਕ ਦੀਆਂ ਸੁਗੰਧੀਆਂ ਨੂੰ ਵਿਸਥਾਰ ਫੈਲਾ ਪੂਰਵਕ ਸਰੀਰ ਤੇ ਮਲਦੀ ਹੈ। ਜੀਵ ਰੂਪ ਇਸਤਰੀ ਚੋਆ ਚੰਦਨ ਸੁਗੰਧ ਵਿਸਥਾਰ, ਕਿ ਆਤਰ ਅਤੇ ਚੰਦਨ ਆਦਿਕ ਦੀਆਂ ਸੁਗੰਧੀਆਂ ਨੂੰ ਫੈਲਾ ਪੂਰਵਕ ਸਰੀਰ ਤੇ ਮਲਦੀ ਹੈ, ਪਰੰਤੂ ਸੰਗੀ ਖੋਟਾ ਕ੍ਰੋਧ ਚੰਡਾਲ, ਪਰੰਤੂ ਕ੍ਰੋਧ ਗੁੱਸੇ ਰੂਪੀ ਚੰਡਾਲ ਜੋ ਬਹੁਤ ਖੋਟਾ ਬੁਰਾ ਹੈ, ਤੂੰ ਉਸ ਦੀ ਸੰਗੀ, ਉਸ ਦੀ ਸਾਥਣ ਬਣੀ ਬੈਠੀ ਹੈ। ਉੱਤੇ ਬੜੀਆਂ ਸੁਗੰਧੀਆਂ ਲਾਉਂਦੀ ਹੈ, ਪਰ ਜਿਹੜਾ ਅੰਦਰ ਕ੍ਰੋਧ ਰੂਪੀ ਸੁਆਨ ਬੈਠਾ ਹੈ ਉਸ ਦੀ ਤੂੰ ਸਾਥਣ ਬਣੀ ਬੈਠੀ ਹੈ। ਕਿ ਤੂੰ ਇਸ਼ਨਾਨ ਤਿਲਕ ਪੂਜਾ ਆਦਿਕ ਕਰਕੇ ਅਤੇ ਸਰੀਰ ਤੇ ਸੁਗੰਧੀਆਂ ਆਦਿਕ ਲਾ ਕੇ ਪਵਿੱਤਰ ਹੋਈ ਫਿਰਦੀ ਹੈ, ਪਰੰਤੂ ਕ੍ਰੋਧ ਰੂਪੀ ਚੰਡਾਲ ਦੇ ਚਿੰਬੜੇ ਹੋਣ ਨਾਲ ਤੂੰ ਅਪਵਿੱਤਰ ਹੋ ਰਹੀ ਹੈ। ਆਵਰ ਜੋਨ ਤੇਰੀ ਪਨਹਾਰੀ, ਆਵਰ ਹੋਰ 84 ਲੱਖ ਜੂਨੀਆਂ ਤੇਰੀ ਪਨਹਾਰੀ, ਤੇਰਾ ਪਾਣੀ ਭਰਨ ਵਾਲੀਆਂ ਭਾਵ ਦਾਸੀਆਂ ਹਨ। ਆਵਰ ਜੋਨ ਤੇਰੀ ਪਨਹਾਰੀ, ਆਵਰ ਹੋਰ 84 ਲੱਖ ਜੂਨੀਆਂ, ਤੇ ਜਿਹੜੀਆਂ ਇਹ ਜੂਨੀਆਂ ਹਨ ਇਹ ਪਨਹਾਰੀ ਪਾਣੀ ਭਰਨ ਵਾਲੀਆਂ ਹਨ, ਤੇਰੀਆਂ ਦਾਸੀਆਂ ਹਨ। ਇਸ ਧਰਤੀ ਮੈਂ ਤੇਰੀ ਸ਼ਿਕਦਾਰੀ, ਇਸ ਧਰਤੀ ਇਸ ਪ੍ਰਿਥਵੀ ਵਿੱਚ ਤੇਰੀ ਸ਼ਿਕਦਾਰੀ ਸਰਦਾਰੀ ਹੈ। ਸੋਇਨਾ ਰੂਪਾ ਤੁਝ ਪਹਿ ਦਾਮ, ਤੁਝ ਤੇਰੇ ਪਾਸ ਸੋਨੇ ਦੇ ਗਹਿਣੇ, ਰੂਪਾ ਚਾਂਦੀ ਦੇ ਗਹਿਣੇ ਤੇ ਬਰਤਨ ਆਦਿਕ, ਵਰਤਣ ਵਾਸਤੇ ਬਹੁਤ ਸਾਰੇ ਦਾਮ ਦੰਬੜੇ ਭਾਵ ਪੈਸੇ ਹਨ। ਇਹਨਾਂ ਪਦਾਰਥਾਂ ਦੀ ਅਪਣੰਤ ਅਤੇ ਕਾਮ ਵਿਕਾਰ ਦ੍ਰਿਸ਼ਟੀ ਨੇ ਸੀਲ ਵਿਗਾੜਿਓ ਤੇਰਾ ਕਾਮ, ਕਿ ਇਹਨਾਂ ਪਦਾਰਥਾਂ ਦੀ ਅਪਣੰਤ ਨੇ ਵਿਕਾਰ ਦ੍ਰਿਸ਼ਟੀ ਨੇ ਤੇਰਾ ਨਿਮਰਤਾ ਵਾਲਾ ਸੁਭਾਅ ਵਿਗਾੜ ਦਿੱਤਾ ਹੈ। ਮਹਾਰਾਜ ਜੀ ਕਹਿਣ ਲੱਗੇ ਕਿ ਜਾਂ ਕੋ ਦ੍ਰਿਸ਼ਟ ਮਇਆ ਹਰ ਰਾਏ, ਜਾਂ ਕੋ ਜਿਨ੍ਹਾਂ ਤਾਈਂ ਰਾਜਾ ਰੂਪ ਪਰਮੇਸ਼ਰ ਨੇ ਮਾਇਆ ਕਿਰਪਾ ਦ੍ਰਿਸ਼ਟੀ ਕੀਤੀ ਹੈ। ਸਾਬੰਦੀ ਤੇ ਲਏ ਛਡਾਏ,
ਸਾ ਉਹਨਾਂ ਨੂੰ ਮਾਇਆ 84 ਲੱਖ ਜੂਨਾਂ ਦੀ ਬੰਦੀ ਗੁਲਾਮੀ ਤੋਂ ਛਡਾ ਲੈਣਾ ਕੀਤਾ ਹੈ। ਜਾਂ ਕੋ ਦ੍ਰਿਸ਼ਟ ਮਇਆ ਹਰ ਰਾਏ ਕਿ ਜਾਂ ਜਿਨ੍ਹਾਂ ਤਾਈਂ ਰਾਜਾ ਰੂਪ ਪਰਮੇਸ਼ਰ ਨੇ ਮਇਆ ਕਿਰਪਾ ਦ੍ਰਿਸ਼ਟੀ ਕੀਤੀ ਹੈ, ਉਹਨਾਂ ਨੂੰ ਮਾਇਆ ਦੀ ਗੁਲਾਮੀ ਤੋਂ 84 ਲੱਖ ਜੂਨਾਂ ਦੀ ਬੰਦੀ ਤੋਂ ਛਡਾ ਲੈਣਾ ਕੀਤਾ ਹੈ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਏਮਨਾਬਾਦ ਦੇ ਕੈਦੀਆਂ ਨੂੰ ਬਾਬਰ ਦੀ ਕੈਦ ਤੋਂ ਛਡਾ ਲਿਆ ਸੀ ਕਿ ਜਿਨ੍ਹਾਂ ਤਾਈਂ ਰਾਜਾ ਰੂਪ ਪਰਮੇਸ਼ਰ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ, ਉਹਨਾਂ ਨੂੰ ਮਾਇਆ ਦੀ ਬੰਦੀ ਤੋਂ 84 ਲੱਖ ਜੂਨਾਂ ਦੀ ਬੰਦੀ ਤੋਂ ਗੁਲਾਮੀ ਤੋਂ ਪਰਮੇਸ਼ਰ ਨੇ ਛਡਾ ਲੈਣਾ ਕੀਤਾ ਹੈ। ਸਾਧ ਸੰਗ ਮਿਲ ਹਰ ਰਸ ਪਾਇਆ, ਜਿਨ੍ਹਾਂ ਨੇ ਸਾਧ ਸੰਗ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ ਮਿਲ ਕਰਕੇ ਹਰ ਰਸ ਪਾਇਆ, ਪਰਮੇਸ਼ਰ ਦੇ ਪ੍ਰੇਮ ਰਸ ਨੂੰ ਪਾਉਣਾ ਕੀਤਾ ਹੈ। ਕਹੋ ਨਾਨਕ ਸਫਲ ਉਹ ਕਾਇਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਧਾਰਨ ਕੀਤੀ ਹੋਈ ਕਾਇਆ ਦੇਹੀ ਸਫਲੀ ਪ੍ਰਮਾਣਿਕ ਹੈ ਕਿ ਜਿਨ੍ਹਾਂ ਨੇ ਸਾਧ ਸੰਗ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦੇ ਨਾਮ ਰਸ ਨੂੰ ਪਾਉਣਾ ਕੀਤਾ ਹੈ। ਤਾਂ ਸਤਿਗੁਰੂ ਜੀ ਕਥਨ ਕਰਦੇ ਹਨ, ਉਹ ਧਾਰਨ ਕੀਤੀ ਹੋਈ ਦੇਹੀ ਸਫਲੀ ਹੈ, ਇਹ ਪ੍ਰਮਾਣਿਕ ਹੈ ਦੇਹੀ, ਜਿਸ ਦੇਹੀ ਨੇ ਪਰਮੇਸ਼ਰ ਦੇ ਨਾਮ ਰਸ ਨੂੰ ਪ੍ਰੇਮ ਨੂੰ ਪਾਉਣਾ ਕੀਤਾ ਹੈ। ਸਭ ਰੂਪ ਸਭ ਸੁਖ ਬਨੇ ਸੁਹਾਗਨ, ਜਿਨ੍ਹਾਂ ਦੀ ਦੇਹੀ ਸਫਲੀ ਹੋਈ ਹੈ, ਪ੍ਰਮਾਣਿਕ ਹੋਈ ਹੈ, ਉਹਨਾਂ ਜੀਵ ਰੂਪੀ ਸੁਹਾਗਵੰਤੀਆਂ ਨੂੰ ਸਾਰੇ ਦਿਲ ਦੀਆਂ ਸਫਾਈਆਂ ਰੂਪੀ ਸਰੂਪ ਅਤੇ ਸਾਰੇ ਲੋਕ ਪਰਲੋਕ ਦੇ ਪਦਾਰਥਾਂ ਮੁਕਤੀਆਂ ਰੂਪੀ ਸੁੱਖ ਬਣੇ ਹੋਏ ਹਨ। ਅਤ ਸੁੰਦਰ ਵਿਚਖਣ ਤੂੰ, ਪਰਮੇਸ਼ਰ ਦੇ ਸੁਹਾਗਣ ਆਨੰਦ ਦੇ ਸਹਿਤ ਹਨ, ਪਰਮੇਸ਼ਰ ਦੇ ਆਨੰਦ ਦੇ ਸਹਿਤ ਹਨ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ ਤੇ ਉਹੀ ਸੁਹਾਗਵੰਤ ਹਨ। ਸਾਰੇ ਦਿਲ ਦੀਆਂ ਸਫਾਈਆਂ ਰੂਪੀ ਸਰੂਪ ਸਾਰੇ ਲੋਕ ਪਰਲੋਕ ਦੇ ਪਦਾਰਥਾਂ ਮੁਕਤੀਆਂ ਰੂਪੀ ਉਸ ਵਾਸਤੇ ਸੁੱਖ ਬਣੇ ਹੋਏ ਹਨ। ਫਿਰ ਤੂੰ ਅਤ ਸੁੰਦਰ ਵਿਚਖਣ ਤੂੰ ਤੁਈਓ ਹੀ ਵਿਵੇਕ ਵੈਰਾਗ ਅਪਰੋਖ ਪਰੋਖ ਗਿਆਨ ਸੁਰਤੀ ਸਿਮਰਤੀ ਰੂਪੀ ਅਤਿਅੰਤ ਸੁੰਦਰ ਸੋਹਣੇ ਨੇਤਰਾਂ ਵਾਲੀ ਵਿਚਖਣ ਚਾਤਰ ਹੈ ਕਿ ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਸਮਝਾਉਣਾ ਕੀਤਾ ਹੈ ਕਿ ਤਾਂ ਹੀ ਤੂੰ ਚਾਤਰ ਸਿਆਣੀ ਹੈ ਜੇ ਪਰਮੇਸ਼ਰ ਦੇ ਨਾਮ ਰਸ ਨੂੰ ਚਖਣਾ ਕਰੇਗੀ। ਅਗਲੇ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ। ਆਸਾ ਮਹੱਲਾ ਪੰਜਵਾ। ਇਕ ਤੁਕੇ ਦੋ, ਜੀਵਤ ਦੀਸੈ ਤਿਸ ਸਰ ਪਰ ਮਰਨਾ, ਮੋਆ ਹੋਵੈ ਤਿਸ ਨਿਹਚਲ ਰਹਿਣਾ। ਜੀਵਤ ਮੂਏ ਮੂਏ ਸੋ ਜੀਵੇ, ਹਰ ਹਰ ਨਾਮ ਆਵਖਦ ਮੁਖ ਪਾਇਆ। ਗੁਰ ਸ਼ਬਦੀ ਰਸ ਅੰਮ੍ਰਿਤ ਪੀਵੇ ਰਹਾਉ। ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਇੱਕ ਤੁਕ ਦੇ ਦੋ ਸ਼ਬਦ ਆਉਣਗੇ। ਇੱਕ ਤੁਕੇ ਦੋ, ਇੱਕ ਤੁਕ ਦੇ ਦੋ ਸ਼ਬਦ ਅੱਗੇ ਆਉਣਗੇ। ਭਾਵ ਸ਼ਬਦ ਦੀ ਇੱਕ ਤੁਕ ਜਾਂ ਅੱਧੀਆਂ ਦੋ ਤੁਕਾਂ ਉੱਤੇ ਪਦ ਦਾ ਅੰਗ ਹੈ, ਪਰੰਤੂ ਗਾਉਣ ਵਿੱਚ ਸਾਰੀ ਇੱਕ ਤੁਕ ਮੰਨੀ ਜਾਂਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਸ਼ਬਦ ਦੇ ਵਿੱਚ ਸਮਝਾ ਰਹੇ ਹਨ ਜੀਵਤ ਦੀਸੈ। ਹੇ ਭਾਈ, ਜੋ ਵੀ ਸੰਸਾਰ ਵਿੱਚ ਜੀਵਤ ਜਿਉਂਦਾ ਹੋਇਆ ਜੀਵ ਦਿਸਦਾ ਹੈ, ਤਿਸ ਸਰ ਪਰ ਮਰਨਾ, ਤਿਸ ਉਸ ਨੇ ਇੱਕ ਦਿਨ ਸਰ ਪਰ ਨਿਸ਼ਚੇ ਕਰਕੇ ਨਿਰਸੰਦੇਹ ਮਰਨਾ ਹੀ ਹੈ। ਪਰੰਤੂ ਜੋ ਮੋਆ ਤਿਸ ਨਿਹਚਲ ਰਹਿਣਾ,
ਪਰੰਤੂ ਜੋ ਸਤਿਗੁਰਾਂ ਦਾ ਉਪਦੇਸ਼ ਕਮਾ ਕੇ ਜੀਵਤ ਭਾਵ ਵੱਲੋਂ ਮੋਆ ਮਰਿਆ ਹੋਵੇਗਾ, ਉਸਨੇ ਅਕਾਲ ਪੁਰਖ ਦੇ ਸਰੂਪ ਵਿੱਚ ਮਿਲ ਕੇ ਨਿਹਚਲ ਅਚਲ ਰਹਿਣਾ ਹੈ। ਜੀਵਤ ਮੂਏ ਮੂਏ ਸੋ ਜੀਵੇ। ਹੇ ਭਾਈ, ਜਿਹੜੇ ਸੰਸਾਰ ਦੇ ਪਦਾਰਥਾਂ ਵੱਲੋਂ ਜੀਵਤ ਜਿਉਂਦੇ ਹਨ, ਉਹ ਵਾਹਿਗੁਰੂ ਦੀ ਪ੍ਰਾਪਤੀ ਵੱਲੋਂ ਮੂਏ ਮਰ ਗਏ ਹਨ। ਜਿਹੜੇ ਸੰਸਾਰ ਦੇ ਪਦਾਰਥ ਭੋਗਣ ਵੱਲੋਂ ਮਰ ਗਏ ਹਨ, ਉਹ ਵਾਹਿਗੁਰੂ ਵੱਲ ਜਿਉਂਦੇ ਹੋ ਜਾਂਦੇ ਹਨ। ਹਰ ਹਰ ਨਾਮ ਆਵਖਦ ਮੁਖ ਪਾਇਆ। ਜਿਨ੍ਹਾਂ ਨੇ ਹਰ ਹਰ ਹਰੀ ਪਰਮੇਸ਼ਰ ਦੇ ਨਾਮ ਨੂੰ ਆਵਖਦ ਦਵਾਈ ਜਾਣ ਕੇ ਆਪਣੇ ਅੰਤਸ ਆਪਣੇ ਹਿਰਦੇ ਰੂਪੀ ਮੁਖ ਵਿੱਚ ਪਾਉਣਾ ਕੀਤੀ ਹੈ। ਹਰ ਹਰ ਨਾਮ ਆਵਖਦ ਮੁਖ ਪਾਇਆ, ਕਿ ਜਿਨ੍ਹਾਂ ਨੇ ਹਰ ਹਰੀ ਪਰਮੇਸ਼ਰ ਦੇ ਨਾਮ ਨੂੰ ਦਵਾਈ ਜਾਣ ਕੇ ਆਪਣੇ ਹਿਰਦੇ ਰੂਪੀ ਮੂੰਹ ਵਿੱਚ ਪਾਉਣਾ ਕੀਤਾ ਹੈ। ਗੁਰ ਸ਼ਬਦੀ ਰਸ ਅੰਮ੍ਰਿਤ ਪੀਵੇ। ਉਹ ਸਤਿਗੁਰਾਂ ਦੇ ਸ਼ਬਦੀ ਉਪਦੇਸ਼ ਦੀ ਕਮਾਈ ਕਰਕੇ ਬ੍ਰਹਮਾਨੰਦ ਰੂਪੀ ਅੰਮ੍ਰਿਤ ਰਸ ਨੂੰ ਪੀਣਾ ਕਰਦੇ ਹਨ। ਰਹਾਉ ਵਿਸਰਾਮ ਦੇ ਕੇ ਮਹਾਰਾਜ ਜੀ ਅੱਗੇ ਉਚਾਰਨ ਕਰਦੇ ਹਨ। ਕਾਚੀ ਮਟਕੀ ਬਿਨਸ ਬਿਨਾਸਾ, ਜਿਸ ਸੂਟੈ ਤਿਰਕੁਟੀ ਤਿਸ ਨਿਜ ਘਰ ਬਾਸਾ। ਕਾਚੀ ਮਟਕੀ ਬਿਨਸ ਬਿਨਾਸਾ, ਕਹਿਣ ਲੱਗੇ ਹੈ ਭਾਈ, ਕਾਚੀ ਕੱਚੀ ਮਟਕੀ ਘੜੀ ਹੈ ਜਿਹੜੀ ਇਹ, ਕਿ ਹੇ ਭਾਈ ਇਹ ਕਾਚੀ ਕੱਚੀ ਮਟਕੀ ਘੜੀ ਦੀ ਨਿਆਈ ਕੱਚੀ ਦੇਹ ਬਚਪਨ ਜਵਾਨੀ ਬੁਢੇਪੇ ਵਿੱਚ ਬਿਨਸ ਬਿਨਾਸਾ ਨਾਸ ਹੋ ਜਾਣਾ ਅਤੇ ਸਾਰੇ ਪਦਾਰਥਾਂ ਦਾ ਬਿਨਾਸਾ ਅਭਾਵ ਹੋ ਜਾਣਾ ਹੈ। ਕੱਚੀ ਮਿੱਟੀ ਦੀ ਦੇਹ ਨੇ ਇੱਕ ਦਿਨ ਨਾਸ ਹੋ ਜਾਣਾ ਹੈ। ਇਸ ਕਰਕੇ ਦੁਨੀਆ ਦੇ ਪਦਾਰਥਾਂ ਦੀ ਇੱਛਾ ਤੋਂ ਬਗੈਰ ਇੱਛਾ ਤੋਂ ਰਹਿਤ ਹੋਣਾ ਕਰੇ। ਕੱਚੀ ਮਟਕੀ ਦੀ ਨਿਆਈ ਦੇਹ ਪਿੱਛੇ ਵੀ ਨਾਸ ਹੋ ਗਈ ਸੀ, ਹੁਣ ਵੀ ਨਾਸ ਹੋਵੇਗੀ, ਅੱਗੇ ਨੂੰ ਵੀ ਬਿਨਾਸਾ ਨਾਸ ਹੋ ਜਾਣਾ ਹੈ। ਜਿਸ ਪੁਰਸ਼ ਦੀ ਤ੍ਰਿਕੁਟੀ, ਜਿਸ ਸੂਟੈ ਤ੍ਰਿਕੁਟੀ ਤਿਸ ਨਿਜ ਘਰ ਵਾਸਾ, ਕਿ ਜਿਸ ਪੁਰਸ਼ ਦੀ ਤ੍ਰਿਕੁਟੀ ਤਿੰਨ ਗੁਣਾ ਰਜੋਂ ਤਮੋਂ ਸਤੋਂ ਦੀ ਗੁੰਝਲ ਜਾਂ ਗਿਆਤਾ, ਗਿਆਨ ਗੇ ਧਿਆਤਾ ਧਿਆਨ ਧੇ ਕਰਤਾ ਕਰਮ ਕਿਰਿਆ ਜਾਗਰਤ ਸੁਪਨ ਸੁਖੋਵਤ। ਇਹ ਜਦੋਂ ਤ੍ਰਿਕੁਟੀ ਛੁੱਟ ਗਈ, ਉਸ ਦਾ ਆਪਣੇ ਸਰੂਪ ਰੂਪੀ ਘਰ ਵਿੱਚ ਵਾਸਾ ਹੋ ਜਾਂਦਾ ਹੈ, ਨਿਵਾਸ ਹੋ ਜਾਂਦਾ ਹੈ। ਉੱਚਾ ਚੜ੍ਹੈ ਸੋ ਪਵੈ ਪਿਆਲਾ। ਜਿਹੜਾ ਪੁਰਸ਼ ਉੱਚਾ ਚੜ੍ਹੈ, ਉੱਚਾ ਚੜ੍ਹਦਾ ਹੈ ਭਾਵ ਹੰਕਾਰ ਦੇ ਬਚਨ ਬੋਲਦਾ ਹੈ। ਉੱਚਾ ਚੜ੍ਹੈ ਸੋ ਪਵੈ ਪਿਆਲਾ। ਜਿਹੜਾ ਪੁਰਸ਼ ਉੱਚਾ ਚੜ੍ਹੈ, ਉੱਚਾ ਚੜ੍ਹਦਾ ਹੈ ਭਾਵ ਹੰਕਾਰ ਦੇ ਬਚਨ ਬੋਲਦਾ ਹੈ, ਸੋ ਪਵੈ ਪਿਆਲਾ। ਉਹ ਪਿਆਲਾ ਪਤਾਲ ਦੀ ਨਿਆਈ ਨਰਕ ਵਿੱਚ ਪੈਂਦਾ ਹੈ। ਜਿਵੇਂ ਨੌਖ ਰਾਜਾ ਪਹਿਲਾਂ ਤਾਂ ਤਪ ਦੇ ਬਲ ਨਾਲ ਸਵਰਗ ਵਿੱਚ ਇੰਦਰ ਪਦਵੀ ਦਾ ਮਾਲਕ ਬਣਿਆ, ਉੱਥੇ ਹੰਕਾਰ ਦੇ ਨਾਲ ਵਾਸਨਾ ਦੇ ਅਧੀਨ ਹੋ ਕੇ ਇੰਦਰ ਰਾਜੇ ਦੀ ਪਟਰਾਣੀ ਦਾ ਸੱਤ ਤੋੜ ਲਈ ਚੱਲਿਆ, ਤਾਂ ਰਿਸ਼ੀਆਂ ਦੇ ਸਰਾਪ ਨਾਲ ਹੇਠਾਂ ਡਿੱਗਿਆ ਤੇ ਸੱਪ ਬਣਿਆ। ਪਰੰਤੂ ਜੋ ਨਿਮਰਤਾ ਰੂਪੀ ਧਰਤੀ ਤੇ ਪੜੈ, ਧਰਨ ਪੜੈ ਤਿਸ ਲੱਗੈ ਨਾ ਕਾਲਾ, ਕਿ ਪਰੰਤੂ ਜਿਹੜਾ ਨਿਮਰਤਾ ਰੂਪੀ ਧਰਨ ਧਰਤੀ ਤੇ ਡਿੱਗ ਪੈਂਦਾ ਹੈ, ਜੋ ਧਰਨ ਭੂਮਾ ਰੂਪ ਬ੍ਰਹਮ ਵਿੱਚ ਪੈ ਜਾਂਦਾ ਹੈ ਭਾਵ ਅਭੇਦ ਹੋ ਜਾਂਦਾ ਹੈ, ਉਸ ਨੂੰ ਕਦੇ ਲੱਗੈ ਨਾ ਕਾਲਾ, ਉਸ ਨੂੰ ਫਿਰ ਕਾਲਾ ਕਾਲ ਨਹੀਂ ਲੱਗਦਾ। ਭਰਮਤ ਫਿਰੈ ਤਿਨ ਕਿਛੂ ਨਾ ਪਾਇਆ। ਜੋ ਸੰਸਾਰ ਵਿੱਚ ਪਰਮੇਸ਼ਰ ਨੂੰ ਛੱਡ ਕੇ ਦੇਵੀ ਦੇਵਤਿਆਂ ਦੀ ਉਪਾਸਨਾ ਵਿੱਚ ਭਰਮਤ ਰਹਿ ਭਟਕਦੇ ਫਿਰਦੇ ਹਨ, ਤਿਨ ਕਿਛ ਨਾ ਪਾਇਆ। ਤਿਨ ਉਹਨਾਂ ਆਤਮਾਨੰਦ ਦਾ ਲਾਭ ਆਦਿ ਕੁਝ ਵੀ ਨਹੀਂ ਪਾਉਣਾ ਕੀਤਾ। ਜੋ ਸੰਸਾਰ ਵਿੱਚ
ਪਰਮੇਸ਼ਰ ਨੂੰ ਛੱਡ ਕੇ ਦੇਵੀ ਦੇਵਤਿਆਂ ਦੀ ਉਪਾਸਨਾ ਵਿੱਚ ਭਟਕਦੇ ਫਿਰਦੇ ਹਨ। ਉਹਨਾਂ ਆਤਮਾਨੰਦ ਦਾ ਲਾਭ ਆਦਿਕ ਕੁਝ ਵੀ ਨਹੀਂ ਪਾਉਣਾ ਕੀਤਾ। ਸੇ ਆਸਥਰ ਜਿਨ ਗੁਰ ਸ਼ਬਦ ਕਮਾਇਆ, ਸੇ ਉਹ ਹੀ ਆਸਥਰ ਇਸਤਤ ਅਚਲ ਹੋਏ ਹਨ ਜਿਨ੍ਹਾਂ ਨੇ ਸਤਿਗੁਰਾਂ ਦੇ ਉਪਦੇਸ਼ ਨੂੰ ਕਮਾਉਣਾ ਕੀਤਾ ਹੈ। ਜੀਉ ਪਿੰਡ ਸਭ ਹਰਿ ਕਾ ਬਾਲ, ਨਾਨਕ ਗੁਰ ਮਿਲ ਭਏ ਨਿਹਾਲ। ਸਤਿਗੁਰੂ ਜੀ ਸਮਝਾ ਰਹੇ ਹਨ, ਜੀਉ ਪਿੰਡ ਸਭ ਹਰਿ ਕਾ ਮਾਲ, ਜਿਨ੍ਹਾਂ ਨੇ ਜੀਉ ਹਿਰਦਾ ਸੂਖਮ ਦੇਹ, ਪਿੰਡ ਸਰੀਰ ਅਤੇ ਮਾਲ ਹਾਥੀ ਘੋੜੇ ਆਦਿਕ ਪਦਾਰਥ ਸਾਰਾ ਕੁਝ ਪਰਮੇਸ਼ਰ ਦਾ ਦਿੱਤਾ ਹੋਇਆ ਸਮਝਿਆ ਹੈ ਕਿ ਇਹ ਸਭ ਕੁਝ ਜੀਉ ਹਿਰਦਾ ਸੂਖਮ ਦੇਹ ਤੇ ਪਿੰਡ ਸਰੀਰ ਤੇ ਮਾਲ ਹਾਥੀ ਘੋੜੇ ਆਦਿਕ ਜਿਹੜੇ ਪਦਾਰਥ ਸਾਰਾ ਕੁਝ ਜਿਨ੍ਹਾਂ ਨੇ ਪਰਮੇਸ਼ਰ ਦਾ ਦਿੱਤਾ ਹੋਇਆ ਸਮਝਿਆ ਹੈ। ਨਾਨਕ ਗੁਰ ਮਿਲ ਭਏ ਨਿਹਾਲ। ਸਤਿਗੁਰੂ ਜੀ ਉਚਾਰਦੇ ਹਨ ਕਿ ਉਹ ਗੁਰੂ ਸਾਹਿਬ ਨਾਲ ਮਿਲ ਕਰਕੇ ਨਿਹਾਲ ਹੋਏ ਹਨ, ਪ੍ਰਸੰਨ ਹੋਏ ਹਨ, ਆਨੰਦ ਹੋਏ ਹਨ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਸਮਝਾਉਣਾ ਕੀਤਾ ਸੀ। ਗੁਰਬਾਣੀ ਪੜ੍ਹਦਿਆਂ ਹੋਇਆਂ, ਵਿਚਾਰਾ ਕਰਦਿਆਂ ਹੋਇਆਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣਹਾਰ ਹਨ। ਸਮਾਂ ਹੋ ਚੁੱਕਿਆ ਹੈ। ਸੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ। ਗੁਰੂ ਕਿਰਪਾ ਕਰਨ, ਆਈਆਂ ਹੋਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਹੋਵੇ। ਚੱਲਿਆ ਹੋਇਆ ਕਦਮ ਲੇਖੇ ਵਿੱਚ ਲਾਉਣ। ਗੁਰਸਿੱਖੀ ਦੀਆਂ ਨਾਮ ਦੀਆਂ ਦਾਤਾਂ ਬਖਸ਼ਣ ਮਹਾਰਾਜ।